ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਮੇਲਾ ਸੱਚ ਦਾ, ਸੱਚ ਮਿਲੈ ਸਚਿਆਰ ਸੰਜੋਗੀ। ਘਰ ਬਾਰੀ ਪਰਿਵਾਰ ਵਿੱਚ ਭੋਗ ਭੁਗਤ ਰਾਜੇ ਰਸ ਭੋਗੀ। ਆਸਾ ਵਿੱਚ ਨਿਰਾਸ ਹੋਏ, ਜੋਗ ਜੁਗਤ ਜੋਗੀਸਰ ਜੋਗੀ। ਦੇਂਦਾ ਰਹਿ ਨਾ ਮੰਗੀਐ, ਮਰੈ ਨਾ ਹੋਏ ਵਿਜੋਗ ਵਿਜੋਗੀ। ਆਦਿ ਬਿਆਦ ਉਪਾਦ ਹੈ, ਵਾਏ ਪਿੱਤ ਕਫ ਰੋਗ ਅਰੋਗੀ। ਦੁਖ ਸੁਖ ਸਮਸਰ ਗੁਰਮਤੀ, ਸੰਪੈ ਹਰਖ ਨ ਅਪਦਾ ਸੋਗੀ। ਦੇਹ ਵਿਦੇਹੀ ਲੋਗ ਅਲੋਗੀ, ਦੇਹ ਵਿਦੇਹੀ ਲੋਗ ਅਲੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 54ਵੀਂ ਵਾਰ ਦੀ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜ਼ਿਕਰ ਕਰਦੇ ਹੋਏ ਦੱਸਦੇ ਹੈ ਸਾਨੂੰ ਕਿ ਜਦੋਂ ਸਚਿਆਰਾਂ ਦੇ ਨਾਲ ਮੇਲ ਹੋ ਜਾਂਦਾ ਹੈ ਤਾਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਤੇ ਸਚਿਆਰ ਬਣਿਆ ਕਿਵੇਂ ਜਾਂਦਾ ਹੈ? ਅਸੀਂ ਰੋਜ਼ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਰਜਾ ਵਾਲੇ ਮਾਲਕ ਦੇ ਹੁਕਮ ਦੇ ਵਿੱਚ ਚੱਲਿਆਂ ਹੀ ਹਿਰਦੇ ਵਿੱਚੋਂ ਕੂੜ ਦੀ ਪਾਲ ਟੁੱਟਦੀ ਹੈ ਅਤੇ ਮਨੁੱਖ ਸਚਿਆਰ ਬਣ ਜਾਂਦਾ ਹੈ। ਗੁਰਮੁਖ ਹੀ ਸੱਚ ਨੂੰ ਪ੍ਰਾਪਤ ਕਰਦੇ ਹੈ। ਗੁਰੂ ਰਾਮਦਾਸ ਮਹਾਰਾਜ ਜੀ ਐਸੇ ਦਾਤੇ ਹਨ ਜੋ ਦਾਤਾਂ ਦੇ ਕੇ ਫਿਰ ਦੁਬਾਰਾ ਮੰਗਦੇ ਨਹੀਂ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਗੁਰਮੁਖ ਮੇਲਾ ਸੱਚ ਦਾ, ਸੱਚ ਮਿਲੈ ਸਚਿਆਰ ਸੰਜੋਗੀ। ਗੁਰਮੁਖ ਮੇਲਾ ਸੱਚ ਦਾ।
ਜਿਹੜੇ ਗੁਰਮੁਖ ਬਣ ਗਏ ਨੇ, ਮੁਖੀ ਗੁਰੂ ਦੀਆਂ ਸਿੱਖਿਆਵਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ, ਅਥਵਾ ਗੁਰੂ ਦੇ ਮੁਖ ਤੋਂ ਕਹੇ ਹੋਏ ਬਚਨਾਂ ਨੂੰ ਕਮਾਉਣ ਵਾਲੇ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਐਸੇ ਜਿਹੜੇ ਗੁਰਮੁਖ ਪਿਆਰੇ ਨੇ, ਮੇਲਾ ਸੱਚ ਦਾ ਉਹਨਾਂ ਦਾ ਸੱਚ ਦੇ ਨਾਲ ਮਿਲਾਪ ਹੁੰਦਾ ਹੈ। ਸੱਚ ਕੌਣ ਹੈ? ਪਰਮਾਤਮਾ। ਸੋ ਗੁਰਮੁਖਾਂ ਨੂੰ ਹੀ ਸੱਚ ਪ੍ਰਭੂ ਦਾ ਮੇਲ ਪ੍ਰਾਪਤ ਹੁੰਦਾ ਹੈ। ਸੱਚ ਮਿਲੈ ਸਚਿਆਰ ਸੰਜੋਗੀ। ਅਤੇ ਜਿਹੜੇ ਸਚਿਆਰ ਹਨ, ਸੱਚੇ ਪੁਰਸ਼ ਹਨ, ਉਹਨਾਂ ਦੇ ਸੰਜੋਗ ਕਰਕੇ, ਉਹਨਾਂ ਦੇ ਮਿਲਾਪ ਕਰਕੇ ਹੀ ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਉਹਨਾਂ ਦੀ ਜਦ ਸੰਗਤ ਮਿਲਦੀ ਹੈ, ਸੰਜੋਗ ਦਾ ਅਰਥ ਹੀ ਹੁੰਦਾ ਹੈ ਮਿਲਾਪ। ਸਚਿਆਰ ਸੰਜੋਗੀ, ਸਚਿਆਰਾਂ ਦੇ ਸੰਜੋਗ ਕਰਕੇ, ਮਿਲਣ ਕਰਕੇ ਸੱਚੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਮਾਲਕ ਮਿਲਦਾ ਹੈ। ਘਰ ਬਾਰੀ ਪਰਿਵਾਰ ਵਿੱਚ ਭੋਗ ਭੁਗਤ ਰਾਜੇ ਰਸ ਭੋਗੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੀ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਘਰ ਬਾਰੀ ਹੋ ਕੇ ਰਹਿੰਦੇ ਹੈ, ਗ੍ਰਸਤੀ ਹੋ ਕੇ ਰਹਿੰਦੇ ਹੈ। ਭੋਗ ਭੁਗਤ ਰਾਜੇ ਰਸ ਭੋਗੀ, ਅਤੇ ਸੰਸਾਰ ਦੇ ਪਦਾਰਥਾਂ ਨੂੰ ਮਾਣਦੇ ਹੈ। ਭੋਗਾਂ ਨੂੰ ਭੋਗਦੇ ਹੋਏ ਰਸ ਭੋਗੀ ਰਾਜੇ ਪ੍ਰਤੀਤ ਹੁੰਦੇ ਹੈ। ਪਰ ਜਿਹੜੇ ਦੁਨੀਆ ਦੇ ਰਾਜੇ ਨੇ ਉਹ ਰਸਾਂ ਦੇ ਅਧੀਨ ਹੁੰਦੇ ਹੈ, ਪਰ ਸਤਿਗੁਰੂ ਰਸਾਂ ਦੇ ਅਧੀਨ ਨਹੀਂ। ਸੰਸਾਰ ਵਿੱਚ, ਪਰਿਵਾਰ ਵਿੱਚ ਰਹਿੰਦੇ ਹੈ, ਗ੍ਰਸਤੀ ਹਨ, ਪਦਾਰਥਾਂ ਨੂੰ ਮੰਨਦੇ ਹੈ, ਕਿਸੇ ਪਦਾਰਥ ਦੀ ਕੋਈ ਘਾਟ ਨਹੀਂ, ਪਰ ਪਦਾਰਥਾਂ ਦੇ ਅਧੀਨ ਨਹੀਂ, ਰਸਾਂ ਦੇ ਅਧੀਨ ਨਹੀਂ। ਲੱਗਦਾ ਇਉਂ ਹੈ ਵੀ ਜਿਵੇਂ ਰਸ ਭੋਗੀ ਰਾਜੇ ਹੁੰਦੇ ਹੈ, ਅਸਲ ਦੇ ਵਿੱਚ ਦੁਨੀਆ ਦੇ ਆਮ ਮਨੁੱਖ ਅਤੇ ਦੁਨਿਆਵੀ ਰਾਜਿਆਂ ਨੂੰ ਜਿਹੜੇ ਭੋਗ ਹੁੰਦੇ ਹੈ ਉਹ ਭੋਗ ਲੈਂਦੇ ਹੈ। ਭਰਥਰੀ ਨੇ ਵੈਰਾਗ ਸ਼ਤਕ ਵਿੱਚ, ਗ੍ਰੰਥ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਬੰਦਾ ਇਹ ਸਮਝਦਾ ਵੀ ਮੈਂ ਪਦਾਰਥਾਂ ਨੂੰ ਭੋਗ ਲਿਆ, ਮਾਣ ਲਿਆ। ਅਸਲ ਦੇ ਵਿੱਚ ਕਹਿੰਦੇ ਪਦਾਰਥ ਇਸ ਨੂੰ ਭੋਗਦੇ ਹੈ, ਬੰਦੇ ਨੂੰ, ਇਹਨੂੰ ਖਾ ਜਾਂਦੇ ਹੈ, ਅਤੇ ਬੰਦਾ ਸੰਸਾਰ ਤੋਂ ਤੁਰ ਜਾਂਦਾ ਹੈ। ਸੋ ਗੁਰੂ ਸਾਹਿਬ ਰਸਾਂ ਕਸਾਂ ਤੋਂ ਉੱਪਰ ਹਨ। ਪ੍ਰਤੀਤ ਇਉਂ ਹੁੰਦਾ ਵੀ ਜਿਵੇਂ ਰਸ ਭੋਗੀ ਰਾਜੇ ਹੁੰਦੇ ਹਨ। ਆਸਾ ਵਿੱਚ ਨਿਰਾਸ ਹੋਏ, ਜੋਗ ਜੁਗਤ ਜੋਗੀ ਸਰ ਜੋਗੀ। ਇਹ ਆਸਾ ਰੂਪ ਸੰਸਾਰ ਦੇ ਵਿੱਚ ਸਤਿਗੁਰੂ ਨਿਰਾਸ ਰਹਿੰਦੇ ਹੈ। ਜੋਗ ਜੁਗਤ ਜੋਗੀਸਰ ਜੋਗੀ, ਅਤੇ ਅਸਲੀ ਜੋਗ ਦੀ ਜੁਗਤ ਨੂੰ ਸਤਿਗੁਰੂ ਜਾਣਦੇ ਹੈ। ਪ੍ਰਭੂ ਦੇ ਚਰਨਾਂ ਵਿੱਚ ਕਿਵੇਂ ਜੁੜਨਾ ਹੈ। ਅਸਲੀ ਜੋਗ ਦੀ ਜੁਗਤ ਰਾਹੀਂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਹੋਏ ਜੋਗੀਆਂ ਦੇ ਵੱਡੇ ਜੋਗੀ ਹਨ। ਉਹ ਜੋਗੀ ਨਹੀਂ ਜਿਹੜੇ ਪਿੰਡੇ 'ਤੇ ਸਵਾਹ ਮਿਲਣ ਵਾਲੇ ਨੇ। ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਜਿਹੜਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਐਸੇ ਜੁੜਿਆਂ ਹੋਇਆਂ ਦੇ ਵੀ ਸਤਿਗੁਰੂ ਵੱਡੇ ਜੋਗੀਸ਼ਰ ਈਸ਼ਰ ਹਨ, ਮਾਲਕ ਹਨ। ਦੇਂਦਾ ਰਹਿ ਨਾ ਮੰਗੀਐ, ਮਰੈ ਨਾ ਹੋਏ ਵਿਜੋਗ ਵਿਜੋਗੀ। ਗੁਰੂ ਰਾਮਦਾਸ ਮਹਾਰਾਜ ਜੀ ਦਾਤਾਂ ਦਿੰਦੇ ਹਨ, ਦਾਤੇ ਹਨ, ਅਤੇ ਜਿਹੜੀ ਦਾਤ ਦੇ ਦਿੱਤੀ ਫਿਰ ਦੁਬਾਰਾ ਵਾਪਸ ਨਹੀਂ ਮੰਗਦੇ। ਜਦੋਂ ਕੋਈ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਜਾਂਦਾ ਹੈ, ਝੋਲੀ ਅੱਡਦਾ, ਸਤਿਗੁਰੂ ਮੇਰੀ ਝੋਲੀ ਦਾਤਾਂ ਦੇ ਨਾਲ ਭਰ ਦਿਓ। ਗੁਰੂ ਰਾਮਦਾਸ ਮਹਾਰਾਜ ਮਿਹਰ ਕਰਦੇ ਨੇ, ਦਾਤ ਦੇ ਕੇ ਫਿਰ ਮੰਗਦੇ ਨਹੀਂ।
ਦੁਨੀਆ ਵਿੱਚ ਤੁਹਾਨੂੰ ਐਸੇ ਲੋਕ ਐਸੇ ਜਿਹੜੇ ਦਾਤੇ ਕਹਾਉਂਦੇ ਨੇ, ਰਾਜੇ ਵੀ ਮਿਲਣਗੇ, ਜਿਹੜੇ ਕੁਝ ਦੇ ਕੇ ਫਿਰ ਸੁਣਾਉਂਦੇ ਵੀ ਹੈ ਵੀ ਤੈਨੂੰ ਆਹ ਚੀਜ਼ ਆਹ ਵਸਤੂ ਦਿੱਤੀ, ਔਰ ਕਈ ਵਾਰ ਮੌਕਾ ਪੈਣ 'ਤੇ ਫਿਰ ਉਹ ਮੰਗ ਵੀ ਲੈਂਦੇ ਆ ਮੈਨੂੰ ਵਾਪਸ ਦੇ ਦੇ। ਪਰ ਗੁਰੂ ਰਾਮਦਾਸ ਮਹਾਰਾਜ ਜੀ ਐਸੇ ਦਾਤਾ ਹਨ, ਉਹ ਦਾਤਾਂ ਦੇ ਕੇ ਵਸਤੂ ਦੇ ਕੇ ਫਿਰ ਮੰਗਦੇ ਨਹੀਂ। ਮਰੈ ਨਾ ਹੋਏ ਵਿਜੋਗ ਵਿਜੋਗੀ, ਕਦੇ ਮਰਦੇ ਨਹੀਂ ਅਤੇ ਵਿਛੋੜੇ ਕਰਕੇ ਕਦੇ ਵਿਛੜਦੇ ਵੀ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ, ਕਿਉਂਕਿ ਗੁਰੂ ਮਰਦਾ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਆਉਣ ਜਾਣ ਵਿੱਚ ਨਹੀਂ ਹੈ। ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਆ, ਕੋਈ ਸੱਚੇ ਮਨੋਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰ 'ਤੇ ਜਾਵੇ, ਅੱਜ ਵੀ ਦਾਤਾਂ ਦਿੰਦੇ ਹੈ, ਬਖਸ਼ਿਸ਼ਾਂ ਕਰਦੇ ਹੈ। ਗੁਰੂ ਕਦੇ ਨਹੀਂ ਮਰਦਾ। ਮਰੈ ਨਾ ਹੋਏ ਵਿਜੋਗ ਵਿਜੋਗੀ, ਨਾ ਤਾਂ ਮਰਦੇ ਹੈ ਅਤੇ ਨਾ ਵਿਛੋੜੇ ਕਰਕੇ ਕਦੇ ਵਿਛੜਦੇ ਹੈ। ਆਦ ਬਿਆਦ ਉਪਾਦ ਹੈ, ਵਾਈ ਪਿੱਤ ਕਫ ਰੋਗ ਅਰੋਗੀ। ਅਤੇ ਤਿੰਨੇ ਤਾਪ ਦੁਨੀਆ ਦੇ, ਆਦਿ ਵਿਆਧੀ ਉਪਾਧੀ, ਇਹ ਗੁਰੂ ਰਾਮਦਾਸ ਜੀ ਨੂੰ ਨਹੀਂ। ਇਸ ਨੂੰ ਵਿਦਵਾਨ ਆਪਣੇ ਸ਼ਬਦਾਂ ਦੇ ਵਿੱਚ ਅਧਿਆਤਮਕ, ਅਧ ਭੌਤਿਕ ਅਤੇ ਅਧ ਦੈਵਿਕ ਵੀ ਕਹਿੰਦੇ ਹੈ। ਆਦਿ ਵਿਆਧੀ ਉਪਾਧੀ ਨੂੰ ਸਰੀਰ ਦੇ ਰੋਗ, ਮਨ ਦੇ ਰੋਗ, ਕਿਤਿਓਂ ਬਾਹਰੋਂ ਦੁੱਖ ਕਲੇਸ਼ ਮਿਲਣਾ, ਸੋ ਇਹ ਜਿੰਨੇ ਵੀ ਨੇ ਗੁਰੂ ਰਾਮਦਾਸ ਮਹਾਰਾਜ ਇਹਨਾਂ ਤੋਂ ਅਰੋਗ ਹਨ। ਕੋਈ ਰੋਗ ਨਹੀਂ, ਨਾ ਆਦਿ ਦਾ, ਨਾ ਵਿਆਧੀ ਅਤੇ ਨਾ ਉਪਾਧੀ ਦਾ। ਵਾਏ ਪਿੱਤ ਕਫ ਰੋਗ ਅਰੋਗੀ, ਵਾਤ ਪਿੱਤ ਕਫ ਦੇ ਰੋਗਾਂ ਤੋਂ ਵੀ ਸਤਿਗੁਰੂ ਮੁਕਤ ਹਨ। ਜਿਹੜੇ ਵੈਦਗੀ ਜਾਣਦੇ, ਹਿਕਮਤ ਜਾਣਦੇ ਹੈ, ਇਹ ਤਿੰਨ ਹੀ ਮੂਲ ਨੇ, ਧਾਤੂ ਕਹਿ ਲਓ, ਵਾਤ ਪਿੱਤ ਅਤੇ ਕਫ। ਬਾਕੀ ਸਰੀਰ ਦੀਆਂ ਜਿੰਨੀਆਂ ਬਿਮਾਰੀਆਂ, ਜਿੰਨੇ ਰੋਗ ਨੇ, ਉਹਨਾਂ ਦੀ ਜੜ ਇਹੀ ਹੈ, ਵਾਤ ਪਿੱਤ ਕਫ। ਜਦੋਂ ਇਹ ਵਿਗੜ ਜਾਂਦੇ ਹੈ ਤਾਂ ਸਰੀਰ ਦੇ ਵਿੱਚ ਬਹੁਤੇ ਵਿਗਾੜ ਪੈਦਾ ਹੋ ਜਾਂਦੇ। ਅੱਗੇ ਫਿਰ ਇਹਨਾਂ ਦੇ ਕਈ ਰੂਪ ਨੇ। ਪਿੱਤ ਕਈਆਂ ਰੂਪਾਂ ਦੇ ਵਿੱਚ ਅੱਗੇ ਗਰਮੀ ਹੁੰਦੀ ਹੈ ਸਰੀਰ ਦੀ। ਗੁਰੂ ਰਾਮਦਾਸ ਮਹਾਰਾਜ ਜੀ ਹਜ਼ੂਰ ਨੂੰ ਵਾਤ ਪਿੱਤ ਕਫ, ਇਹਨਾਂ ਰੋਗਾਂ ਤੋਂ ਸਤਿਗੁਰੂ ਮੁਕਤ ਹਨ। ਇਹਨਾਂ ਤੋਂ ਪੈਦਾ ਹੋਣ ਵਾਲਾ ਕੋਈ ਰੋਗ ਨਹੀਂ। ਜਿਹੜਾ ਵੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਪੈਂਦਾ ਹੈ, ਸਤਿਗੁਰੂ ਉਸ ਨੂੰ ਰੋਗਾਂ ਤੋਂ ਮੁਕਤ ਕਰ ਦਿੰਦੇ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਦੁਖ ਸੁਖ ਸੰਸਰ ਗੁਰਮਤੀ, ਸੰਪੈ ਹਰਖ ਨ ਅਪਦਾ ਸੋਗੀ। ਦੁੱਖ ਸੁਖ ਗੁਰੂ ਰਾਮਦਾਸ ਮਹਾਰਾਜ ਵਾਸਤੇ ਬਰਾਬਰ ਨੇ। ਦੁੱਖ ਸੁੱਖ ਦੇ ਵਿੱਚ ਇੱਕ ਰਸ ਬਿਰਤੀ ਰਹਿੰਦੀ ਹੈ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ, ਗੁਰਮਤੀ, ਅਤੇ ਗੁਰਮਤਿ ਦੇ ਵਿੱਚ ਦ੍ਰਿੜ ਰਹਿੰਦੇ ਹੈ ਸਦਾ ਹੀ। ਸੰਪੈ ਹਰਖ ਨ ਅਪਦਾ ਸੋਗੀ। ਸੰਪੈ ਕਹਿੰਦੇ ਆ ਧਨ ਦੌਲਤ ਨੂੰ। ਧਨ ਦੌਲਤ ਆ ਗਈ ਚਲੇ ਗਈ, ਕੋਈ ਖੁਸ਼ੀ ਨਹੀਂ, ਕੋਈ ਗਮੀ ਨਹੀਂ, ਕੋਈ ਵਿਪਤਾ ਨਹੀਂ, ਕੋਈ ਅਪਦਾ ਨਹੀਂ। ਐਸੀ ਬਿਰਤੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ। ਦੇਹ ਵਿਦੇਹੀ ਲੋਗ ਅਲੋਗੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਆ, ਗੁਰੂ ਰਾਮਦਾਸ ਮਹਾਰਾਜ ਜੀ ਇਸ ਸਰੀਰ ਦੇ ਵਿੱਚ ਵਸਦੇ ਹੋਏ ਵਿਦੇਹੀ ਦਾ ਅਰਥ ਮੁਕਤ ਸਵਰੂਪ ਹਨ। ਗੁਰੂ ਰਾਮਦਾਸ ਜੀ ਸਾਰੇ ਬੰਧਨਾਂ ਤੋਂ ਮੁਕਤ ਹਨ। ਲੋਗ ਅਲੋਗੀ, ਅਤੇ ਲੋਕਾਂ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨਿਰਲੇਪ ਹਨ। 17ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹੀ ਸਿਫਤਾਂ ਕਰਦੇ ਹੈ। ਗੁਰੂ ਰਾਮਦਾਸ ਮਹਾਰਾਜ ਜੀ ਵੱਡੇ ਪਰਉਪਕਾਰੀ ਹਨ।
ਸਭਨਾ ਸਾਹਿਬ ਇੱਕ ਹੈ, ਦੂਜੀ ਜਾਏ ਨਾ ਹੋਏ ਨਾ ਹੋਗੀ। ਸਾਰਿਆਂ ਦਾ ਸਾਹਿਬ ਮਾਲਕ ਇੱਕ ਹੈ, ਕੌਣ? ਧੰਨ ਗੁਰੂ ਰਾਮਦਾਸ ਮਹਾਰਾਜ। ਸਾਰਿਆਂ ਨੂੰ ਦਾਤਾਂ ਦਿੰਦੇ ਹੈ, ਇੱਕ ਮਾਲਕ ਹਨ। ਦੂਜੀ ਜਾਏ ਨਾ ਹੋਏ ਨਾ ਹੋਗੀ। ਤੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਦੂਜੀ ਜਗ੍ਹਾ ਨਾ ਕੋਈ ਹੈ ਤੇ ਨਾ ਹੋਵੇਗੀ। ਸਾਰਿਆਂ ਦਾ ਇੱਕੋ ਹੀ ਮਾਲਕ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ, ਏਕੋ ਹੈ, ਮਾਲਕ ਤਾਂ ਇੱਕ ਹੈ। ਅਸੀਂ ਸਾਰੇ ਗੁਰੂ ਦੇ ਬੱਚੇ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ। ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੋ ਸਾਰੇ ਇੱਕ ਪਰਮਾਤਮਾ ਦੇ ਬੱਚੇ ਨੇ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲਹੁ ਭਾਈ, ਖਾਲਕ ਖਲਕ ਖਲਕ ਮਹਿ ਖਾਲਕ। ਪੂਰ ਰਹਿਓ ਸਰਬ ਠਾਈ। ਭਾਈ ਗੁਰਦਾਸ ਜੀ ਰਹਿਮਤ ਕਰਦੇ ਵੀ ਸਾਰਿਆਂ ਦਾ ਮਾਲਕ ਇੱਕੋ ਹੈ, ਧੰਨ ਗੁਰੂ ਰਾਮਦਾਸ ਜੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਿਨਾਂ, ਸਤਿਗੁਰੂ ਦੇ ਦਰ ਤੋਂ ਬਿਨਾਂ ਨਾ ਕੋਈ ਹੋਰ ਥਾਂ ਸੀ ਤੇ ਨਾ ਹੀ ਹੋਵੇਗੀ। ਸਹਿਜ ਸਰੋਵਰ ਪਰਮਹੰਸ, ਗੁਰਮਤਿ ਮੋਤੀ ਮਾਣਕ ਚੋਗੀ। ਕਿਉਂਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਸਹਿਜ ਸਰੋਵਰ, ਸ਼ਾਂਤੀ ਦਾ ਸਰੋਵਰ ਹਨ, ਪਰਮਹੰਸ ਹਨ। ਗੁਰਮਤਿ ਮੋਤੀ ਮਾਣਕ ਚੋਗੀ। ਤੇ ਗੁਰਮਤਿ ਰੂਪੀ ਜੋ ਮੋਤੀ ਹਨ, ਮਾਣਕ ਹਨ, ਉਹਨਾਂ ਦਾ ਚੋਗ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ। ਸਹਿਜ ਦਾ ਸਰੋਵਰ ਹਨ, ਬੜੇ ਸ਼ਾਂਤ ਸਵਰੂਪ ਹਨ ਗੁਰੂ ਰਾਮਦਾਸ ਮਹਾਰਾਜ ਜੀ। ਸਤਿਗੁਰੂ ਦੀ ਹਯਾਤੀ ਦੇ ਵਿੱਚ ਪ੍ਰਿਥੀ ਚੰਦ ਮਹਾਰਾਜ ਦੇ ਨਾਲ ਝਗੜਾ ਕਰਦਾ ਹੁੰਦਾ ਸੀ, ਗੁਰੂ ਰਾਮਦਾਸ ਮਹਾਰਾਜ ਦੇ ਨਾਲ। ਵੱਡਾ ਸੀ ਪ੍ਰਿਥੀ ਚੰਦ। ਸਤਿਗੁਰੂ ਰਾਮਦਾਸ ਜੀ ਦੇ 3 ਸਪੁੱਤਰ ਹਨ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਜੀ। ਮਹਾਰਾਜ ਜੀ ਨੇ ਬਾਣੀ ਦਾ ਸ਼ਬਦ ਉਚਾਰਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਵੱਡਿਆਂ ਦੇ ਨਾਲ ਝਗੜਨਾ ਇਹ ਵੱਡਾ ਪਾਪ ਹੈ। ਮਹਾਰਾਜ ਬਹੁਤ ਸ਼ਾਂਤ ਸਵਰੂਪ ਹਨ, ਸ਼ਾਂਤੀ ਦਾ ਸਰੋਵਰ ਹਨ, ਪਰਮਹੰਸ। ਜਿਵੇਂ ਹੰਸ ਪੰਛੀ ਹੁੰਦਾ ਹੈ, ਸਤਿਗੁਰੂ ਪਰਮਹੰਸ, ਵੱਡੇ ਹੰਸ, ਭਾਵ ਤਤ ਬੇਤੇ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹਨ। ਗੁਰਮਤਿ ਮੋਤੀ ਮਾਣਕ ਚੋਗੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਸਰੋਵਰ ਹੈ, ਉੱਥੇ ਗੁਰਮਤਿ ਰੂਪੀ ਮਾਣਕ ਮੋਤੀ ਇਹ ਚੋਗਾ ਹੈ। ਗੁਰਸਿੱਖ ਹੰਸ ਜਾਂਦੇ ਹੈ ਤੇ ਗੁਰਮਤਿ ਦੇ ਮੋਤੀ ਚੁਗਦੇ ਹੈ। ਪ੍ਰਤੱਖ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਮ੍ਰਿਤ ਸਰੋਵਰ, ਜਿੱਥੇ ਜਾ ਕੇ ਦਰਸ਼ਨ ਕੀਤਿਆਂ ਮਨ ਨੂੰ ਸ਼ਾਂਤੀ ਮਿਲਦੀ ਹੈ। ਤੇ ਹਰ ਸਿੱਖ ਜਿਹੜਾ ਦੇਸ਼ ਵਿਦੇਸ਼ ਵਿੱਚ ਵਸਦਾ ਹੈ, ਉਹਦੀ ਅਰਦਾਸ ਦੇ ਵਿੱਚ ਇਹ ਸ਼ਬਦ ਸ਼ਾਮਲ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਅੰਮ੍ਰਿਤ ਸਰੋਵਰ ਦੇ ਦਰਸ਼ਨ ਤੇ ਇਸ਼ਨਾਨ ਦੀ ਮੰਗ ਹਰੇਕ ਸਿੱਖ ਦੇ ਹਿਰਦੇ ਵਿੱਚ ਹੈ। ਗੁਰੂ ਰਾਮਦਾਸ ਮਹਾਰਾਜ ਜੀ ਆਪ ਵੀ ਸ਼ਾਂਤੀ ਦਾ ਸਰੋਵਰ, ਉਹਨਾਂ ਦਾ ਪ੍ਰਤੱਖ ਸਰੋਵਰ ਸ਼ਾਂਤੀ ਦੇਣ ਵਾਲਾ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਨੇ ਸਤਿਗੁਰੂ। ਗੁਰਮਤਿ ਦੇ ਮਾਣਕ ਮੋਤੀ ਇਹ ਚੋਗਾ ਹੈ, ਗੁਰਸਿੱਖ ਚੁਗਦੇ ਹੈ। ਖੀਰ ਨੀਰ ਜਿਉ ਕੂੜ ਸੱਚ, ਤਜਣ ਭਜਣ ਗੁਰ ਗਿਆਨ ਅਧੋਗੀ। ਭਾਈ ਗੁਰਦਾਸ ਜੀ ਫਰਮਾਉਂਦੇ ਆ, ਇਹ ਗੁਰੂ ਕੇ ਪਿਆਰੇ ਸਿੱਖ, ਤੂੰ ਇਹ ਨਿਸ਼ਚਾ ਕਰ ਲੈ ਆਪਣੇ ਮਨ ਦੇ ਵਿੱਚ, ਖੀਰ ਨੀਰ ਜਿਉ ਕੂੜ ਸੱਚ।
ਦੁੱਧ ਤੇ ਪਾਣੀ ਵਾਂਗੂ ਸੱਚ ਤੇ ਝੂਠ ਹੈ। ਜਿਵੇਂ ਦੁੱਧ ਤੇ ਪਾਣੀ ਹੁੰਦਾ, ਇਸੇ ਤਰ੍ਹਾਂ ਸੱਚ ਤੇ ਝੂਠ ਹੈ। ਤਜਣ ਭਜਣ ਗੁਰ ਗਿਆਨ ਅਤੋਗੀ, ਤੂੰ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਕੇ ਅਧਿਕਾਰੀ ਬਣ ਕੇ ਸੱਚ ਨੂੰ ਗ੍ਰਹਿਣ ਕਰ ਲੈ ਤੇ ਝੂਠ ਨੂੰ ਛੱਡ ਦੇ। ਜਿਵੇਂ ਹੰਸ ਪਾਣੀ ਨੂੰ ਛੱਡ ਦਿੰਦਾ ਹੈ ਤੇ ਦੁੱਧ ਨੂੰ ਉਹ ਗ੍ਰਹਿਣ ਕਰ ਲੈਂਦਾ ਹੈ, ਇਸੇ ਤਰ੍ਹਾਂ ਦੁੱਧ ਪਾਣੀ ਵਾਂਗ ਸੱਚ ਤੇ ਝੂਠ ਹਨ। ਤੂੰ ਅਧੋਗੀ ਦਾ ਅਰਥ ਅਧਿਕਾਰੀ ਬਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈ ਕੇ ਸੱਚ ਨੂੰ ਧਾਰਨ ਕਰ ਲੈ ਤੇ ਝੂਠ ਦਾ ਤਿਆਗ ਕਰ ਦੇ। ਇੱਕ ਮਨ ਇੱਕ ਅਰਾਧਨਾ, ਪਰ ਹਰ ਦੂਜਾ ਭਾਉ ਦਰੋਗੀ। ਇਹ ਗੁਰੂ ਕੇ ਸਿੱਖਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪੈ ਕੇ ਇੱਕ ਮਨ ਹੋ ਕੇ ਇੱਕ ਪਰਮਾਤਮਾ ਦਾ ਸਿਮਰਨ ਕਰ। ਮਨ ਇਕਾਗਰ ਕਰਕੇ ਵਾਹਿਗੁਰੂ ਦਾ ਸਿਮਰਨ ਕਰ। ਪਰ ਹਰ ਦੂਜਾ ਭਾਉ, ਤੇ ਜੋ ਦੁਐਤ ਭਾਅ ਹੈ ਨਾ ਮਨ ਵਿੱਚ, ਦੁਐਤ ਭਾਵਨਾ, ਇਹਨੂੰ ਛੱਡ ਦੇ। ਦਰੋਗੀ ਕਹਿੰਦੇ ਝੂਠ ਫਰੇਬ ਨੂੰ, ਝੂਠ ਫਰੇਬ ਦਾ ਤਿਆਗ ਕਰ ਤੇ ਝੂਠ ਫਰੇਬ ਛੱਡ ਕੇ ਤੂੰ ਸਿਮਰਨ ਕਰ। ਵੇਖੀ ਗੁਰੂ ਰਾਮਦਾਸ ਮਹਾਰਾਜ ਕਿਵੇਂ ਬਖਸ਼ਿਸ਼ਾਂ ਕਰਦੇ। ਸ਼ਬਦ ਸੁਰਤ ਲਿਵ ਸਾਧ ਸੰਗ, ਸਹਿਜ ਸਮਾਧ ਅਗਾਧ ਕਰੋਗੀ। ਸਤਿਗੁਰੂ ਜੀ ਸ਼ਬਦ ਸੁਰਤ ਦੀ ਲਿਵ ਵਿੱਚ ਤੇ ਸਹਿਜ ਦੇ ਅਨੁਭਵ ਦੇ ਵਿੱਚ ਮਹਾਰਾਜ ਜੀ ਟਿਕਦੇ ਹੈ। ਕਰੋਗੀ ਘਰ-ਬਾਰੀ ਭਾਵ ਗ੍ਰਸਤੀ ਹੁੰਦੇ ਹੋਏ ਮਹਾਰਾਜ ਜੀ ਸ਼ਬਦ ਸੁਰਤ ਦੇ ਵਿੱਚ ਲਿਵ ਲਾ ਕੇ ਟਿਕਦੇ ਹੈ ਸਦਾ ਹੀ। ਤੇ ਜੋ ਸਹਿਜ ਸਮਾਧ ਹੈ, ਅਗਾਧ ਬੜੀ ਡੂੰਘੀ, ਉਹਦੇ ਅਨੁਭਵ ਨੂੰ, ਜਿਹੜੀ ਨਿਰਵਿਕਲਪ ਸਮਾਧੀ ਹੈ, ਉਹਦਾ ਅਨੁਭਵ ਕੀ ਹੈ, ਇਸ ਨੂੰ ਗੁਰੂ ਰਾਮਦਾਸ ਜੀ ਨੇ ਪ੍ਰਾਪਤ ਕੀਤਾ ਹੈ। ਆਪ ਗ੍ਰਸਤੀ ਹਨ। ਜੰਮਣ ਮਰਣਹੁ ਬਾਹਰੇ, ਪਰ ਉਪਕਾਰ ਪਰਮ ਪਰ ਜੋਗੀ। ਸਤਿਗੁਰੂ ਜੀ ਜਨਮ ਤੇ ਮਰਨ ਤੋਂ ਬਾਹਰੇ ਹਨ। ਨਾ ਜੰਮਣ ਵਿੱਚ ਨਾ ਮਰਨ ਵਿੱਚ ਆਉਂਦੇ ਹੈ। ਜਨਮ ਮਰਨ ਦੋਹੂੰ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੰਮਣ ਮਰਨ ਹੋ ਬਾਹਰੇ, ਪਰ ਉਪਕਾਰ। ਗੁਰੂ ਰਾਮਦਾਸ ਮਹਾਰਾਜ ਜੀ ਪਰ ਉਪਕਾਰੀ ਹਨ, ਸਦਾ ਪਰ ਉਪਕਾਰ ਕਰਦੇ ਹੈ। ਪਰੇ ਤੋਂ ਪਰੇ ਹਨ ਸਤਿਗੁਰੂ ਜੀ, ਉੱਚੀ ਅਵਸਥਾ ਵਾਲੇ ਐਸੇ ਜੋਗੀ ਹਨ। ਰਾਮਦਾਸ ਗੁਰ ਅਮਰ ਸਮੋਗੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਤਿਗੁਰੂ ਅਮਰਦਾਸ ਜੀ ਜੋਤ ਰੂਪ ਹੋ ਕੇ ਸਮਾ ਰਹੇ ਹੈ। ਗੁਰੂ ਅਮਰਦਾਸ ਜੀ ਦੇ ਦਰ 'ਤੇ ਸੇਵਾ ਕੀਤੀ ਗੋਇੰਦਵਾਲ। ਗੁਰੂ ਅਮਰਦਾਸ ਮਹਾਰਾਜ ਜੀ ਨੇ ਚੌਥੀ ਥਾਂ 'ਤੇ ਗੁਰਤਾ ਗੱਦੀ ਸਤਿਗੁਰੂ ਰਾਮਦਾਸ ਜੀ ਨੂੰ ਬਖਸ਼ੀ ਅਤੇ ਆਪ ਜੋਤ ਰੂਪ ਹੋ ਕੇ ਗੁਰੂ ਰਾਮਦਾਸ ਦੇ ਵਿੱਚ ਸਮਾ ਗਏ। ਇਸ ਤੋਂ ਅੱਗੇ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਹੈ। ਅਲਖ ਨਿਰੰਜਨ ਆਖੀਐ, ਅਕਲ ਅਜੋਨ ਅਕਾਲ ਅਪਾਰਾ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਜਦੋਂ ਅਸੀਂ ਦੂਰ ਦ੍ਰਿਸ਼ਟੀ ਦੇ ਨਾਲ ਵੇਖਦੇ ਹਾਂ ਤਾਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਹਾਂ ਅਤੇ ਭੱਟਾਂ ਦੇ ਇਹ ਬਚਨ ਪੜ੍ਹਦੇ ਹਾਂ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਡੂਬਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ, ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਏ। ਧਰਨ ਗਗਨ ਨਵਖੰਡ ਮਹਿ, ਜੋਤ ਸਵੈਰੂਪੀ ਰਹਿਓ ਭਰ। ਭਨ ਮਥੁਰਾ
ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰ ਹਨ ਗੁਰੂ ਅਰਜੁਨ ਦੇਵ ਜੀ। ਸੋ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਪਰਮੇਸ਼ਰ ਨੇ ਆਪ ਛਤਰ ਗੁਰੂ ਅਰਜੁਨ ਦੇਵ ਜੀ ਦੇ ਸਿਰ ਦੇ ਉੱਤੇ ਰੱਖਿਆ ਹੈ। ਅਲਖ ਨਿਰੰਜਨ ਆਖੀਐ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਅਲਖ ਸਵਰੂਪ ਹਨ, ਜਾਣਨ ਤੋਂ ਰਹਿਤ, ਜਿਨ੍ਹਾਂ ਦੀ ਗਤ ਅਵਸਥਾ ਨਹੀਂ ਜਾਣੀ ਜਾ ਸਕਦੀ। ਨਿਰੰਜਨ, ਮਾਇਆ ਦਾ ਕੋਈ ਪ੍ਰਭਾਵ ਨਹੀਂ, ਮਾਇਆ ਦੀ ਕਾਲਕ ਤੋਂ ਰਹਿਤ ਆਖੇ ਜਾਂਦੇ ਹੈ ਸਤਿਗੁਰੂ ਜੀ, ਗੁਰੂ ਅਰਜੁਨ ਦੇਵ ਜੀ। ਅਕਲ ਦਾ ਭਾਵ ਹੈ ਅਕਲ, ਕਲਪਨਾ ਤੋਂ ਰਹਿਤ, ਕੋਈ ਕਲਪਨਾ ਨਹੀਂ। ਅਜੋਨ, ਜੂਨੀਆਂ ਤੋਂ ਰਹਿਤ ਹਨ। ਅਕਾਲ, ਕਾਲ ਤੋਂ ਰਹਿਤ ਹਨ। ਅਪਾਰਾ, ਗੁਰੂ ਅਰਜੁਨ ਦੇਵ ਮਹਾਰਾਜ ਜੀ ਅਪਾਰ ਹਨ। ਰਵ ਸਚ ਜੋਤ ਉਦੋਤ ਲੰਘ, ਪਰਮ ਜੋਤ ਪਰਮੇਸ਼ਰ ਪਿਆਰਾ। ਰਵ ਸਸ ਜੋਤ ਉਦੋਤ ਲੰਘ, ਸੂਰਜ ਤੇ ਚੰਦਰਮਾ ਦੀ ਜੋਤ ਦੇ ਪ੍ਰਕਾਸ਼ ਨੂੰ ਅੱਗੇ ਲੰਘ ਗਏ। ਸੂਰਜ ਤੇ ਚੰਦਰਮਾ ਦੀ ਜੋਤ ਦੇ ਪ੍ਰਕਾਸ਼ ਤੋਂ ਅੱਗੇ ਲੰਘ ਕੇ ਪਰਮ ਜੋਤ ਪਰਮੇਸ਼ਰ ਜੋ ਹੈ ਉਹੀ ਗੁਰੂ ਅਰਜੁਨ ਦੇਵ ਜੀ ਨੂੰ ਪਿਆਰਾ ਹੈ। ਸੂਰਜ ਤੇ ਚੰਦਰਮਾ ਦੀ ਜਿਹੜੀ ਜੋਤ ਹੈ ਇਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਨਹੀਂ ਕਰਦੀ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ 100 ਚੰਦਾ ਉਗਵੈ, ਜੇ 100 ਚੰਦਰਮਾ ਆਕਾਸ਼ ਵਿੱਚ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਇੰਨਾ ਚਾਨਣ ਹੋ ਜਾਵੇ, ਪਰ ਬੰਦੇ ਦੇ ਅੰਦਰ ਅਗਿਆਨਤਾ ਦਾ ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ। ਅਤੇ ਗੁਰੂ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸੂਰਜ ਅਤੇ ਚੰਦਰਮਾ ਦੀ ਜੋਤ ਤੋਂ, ਪ੍ਰਕਾਸ਼ ਤੋਂ ਅੱਗੇ ਲੰਘ ਕੇ ਪਰਮ ਜੋਤੀ ਪਰਮੇਸ਼ਰ ਨੂੰ ਗੁਰੂ ਅਰਜੁਨ ਦੇਵ ਜੀ ਪਿਆਰ ਕਰਦੇ ਹੈ। ਜਗਮਗ ਜੋਤ ਨਿਰੰਤਰੀ, ਜਗ ਜੀਵਨ ਜਗ ਜੈ ਜੈਕਾਰਾ। ਇੱਕ ਰਸ ਪ੍ਰਭੂ ਦੀ ਜੋਤ ਦਾ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਦੇ ਹਿਰਦੇ ਵਿੱਚ ਪ੍ਰਕਾਸ਼ ਹੈ, ਜਗਮਗ ਕਰਦੀ ਹੈ ਉਹ ਰੱਬੀ ਜੋਤ ਜੋ ਸਾਰਿਆਂ ਨੂੰ, ਜਗਤ ਨੂੰ ਜੀਵਨ ਦੇਣ ਵਾਲੇ ਹਨ। ਇਸੇ ਲਈ ਜਗ ਜੈ ਜੈਕਾਰਾ, ਸਾਰਾ ਜਗਤ ਉਹਨਾਂ ਦੀ ਜੈ ਜੈਕਾਰ ਕਰਦਾ ਹੈ। ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਦੇਸ ਉਧਾਰਾ। ਸਾਰੇ ਸੰਸਾਰ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਨਮਸਕਾਰਾਂ ਹੋ ਰਹੀਆਂ ਨੇ। ਹਰ ਕੋਈ ਗੁਰੂ ਅਰਜੁਨ ਦੇਵ ਜੀ ਨੂੰ ਮੱਥਾ ਟੇਕਦਾ ਹੈ। ਆਦਿ ਪੁਰਖ ਆਦੇਸ ਉਧਾਰਾ, ਆਦਿ ਪੁਰਖ ਜਾਣ ਕੇ ਜਿਹੜਾ ਵੀ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੂੰ ਨਮਸਕਾਰ ਕਰਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ। ਸਤਿਗੁਰੂ ਉਸ ਨੂੰ ਸੰਸਾਰ ਭੌਜਲ ਤੋਂ ਪਾਰ ਕਰ ਦਿੰਦੇ ਹਨ। ਚਾਰ ਵਰਨ ਛਿਅ ਦਰਸਨਾ, ਗੁਰਮੁਖ ਮਾਰਗ ਸੱਚ ਅਚਾਰਾ। ਜਿਹੜੇ ਚਾਰ ਵਰਨ ਹਨ ਅਤੇ 6 ਦਰਸ਼ਨ, 6 ਮੱਤ ਜਿਹੜੇ ਨੇ, ਇਹਨਾਂ ਵਿੱਚੋਂ ਜਿਹੜਾ ਗੁਰਮੁਖ ਮਾਰਗ ਹੈ ਇਹ ਸੱਚੇ ਕਰਤੱਬਾਂ ਵਾਲਾ ਹੈ। ਜਿਹੜਾ ਗੁਰਮੁਖ ਮਾਰਗ ਗੁਰੂ ਨਾਨਕ ਸਾਹਿਬ ਨੇ ਚਲਾਇਆ ਇਹ ਸਭ ਤੋਂ ਉੱਤਮ ਹੈ। ਸੱਚੀ ਕਰਨੀ ਵਾਲਾ ਹੈ, ਸੱਚੇ ਕਰਤੱਬਾਂ ਵਾਲਾ ਹੈ, ਸੱਚੇ ਆਚਾਰ ਵਾਲਾ ਹੈ, ਸੱਚੇ ਆਚਰਣ ਵਾਲਾ ਹੈ। ਨਾਮਦਾਨ ਇਸਨਾਨ ਦੇੜ, ਗੁਰਮੁਖ ਭਾਏ ਭਗਤ ਨਿਸਤਾਰਾ। ਕਿਉਂਕਿ ਗੁਰਮੁਖ ਮਾਰਗ ਦੇ ਵਿੱਚ ਨਾਮ, ਦਾਨ ਅਤੇ ਇਸ਼ਨਾਨ ਇਹ ਦ੍ਰਿੜ ਕਰਵਾਏ ਜਾਂਦੇ ਹੈ। ਗੁਰੂ ਨੇ ਇਹ ਦ੍ਰਿੜ ਕਰਵਾਏ ਨੇ। ਅਤੇ ਜਿਹੜਾ ਗੁਰਮੁਖ ਹੈ ਉਹ ਨਾਮ ਜਪਦਾ ਹੈ, ਦਾਨ ਕਰਦਾ ਹੈ, ਇਸ਼ਨਾਨ ਕਰਦਾ ਹੈ, ਇਹਦੇ ਵਿੱਚ ਉਹ ਦ੍ਰਿੜ ਰਹਿੰਦਾ ਹੈ। ਗੁਰਮੁਖ ਭਾਏ ਭਗਤ ਨਿਸਤਾਰਾ, ਗੁਰਮੁਖ ਪ੍ਰੇਮਾ ਭਗਤੀ ਕਰਦੇ ਹੈ, ਜਿਸ ਕਰਕੇ ਉਹਨਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਗੁਰ ਅਰਜਨ ਸੱਚ ਸਿਰਜਣਹਾਰਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਸਿਰਜਣਹਾਰ ਹਨ। ਅਥਵਾ ਇਹ ਜਿਹੜੀਆਂ ਦਾਤਾਂ ਨੇ ਨਾ, ਨਾਮ, ਦਾਨ, ਇਸ਼ਨਾਨ, ਇਹਨਾਂ ਦਾਤਾਂ ਦੇ ਦੇਣ ਵਾਲੇ ਸੱਚੇ ਸਿਰਜਣਹਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਸਤਿਗੁਰੂ ਗੁਰਸਿੱਖਾਂ ਦੀਆਂ ਝੋਲੀਆਂ ਨਾਮ, ਦਾਨ, ਇਸ਼ਨਾਨ ਦੇ ਨਾਲ ਭਰਦੇ ਹੈ। 19ਵੀਂ ਪੌੜੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਸਿਫਤਾਂ ਕਰ ਰਹੇ ਹਨ। ਪਿਓ ਦਾਦਾ ਪੜਦਾਦੇ ਆਹੋ, ਕੁਲ ਦੀਪਕ ਅਜਰਾਵਰ ਨੱਤਾ। ਪਿਓ ਦਾਦਾ ਪੜਦਾਦੇ ਦੀ ਕੁਲ ਦਾ ਦੀਵਾ ਹਨ। ਅਜਰ ਤੇ ਅਮਰ, ਅਜਰ ਬੁਢੇਪੇ ਤੋਂ ਰਹਿਤ, ਅਮਰ ਮਰਨ ਤੋਂ ਰਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਨੱਤਾ, ਨੱਤਾ ਕਹਿੰਦੇ ਜਿਹੜਾ ਪੋਤਰੇ ਦਾ ਪੋਤਰਾ ਹੋਵੇ। ਜਿਵੇਂ ਆਪਾਂ ਕੱਲ੍ਹ ਗਿਣਤੀ ਕੀਤੀ, ਭਾਈ ਗੁਰਦਾਸ ਸਾਹਿਬ ਨੇ ਦੱਸਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ, ਗੁਰੂ ਅੰਗਦ ਦੇਵ ਜੀ ਪੁੱਤਰ, ਗੁਰੂ ਅਮਰਦਾਸ ਮਹਾਰਾਜ ਜੀ ਪੋਤਰੇ, ਗੁਰੂ ਰਾਮਦਾਸ ਮਹਾਰਾਜ ਜੀ ਪੜੋਤੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੋਤਰੇ ਸਤਿਗੁਰੂ ਅਮਰਦਾਸ ਜੀ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ ਧੰਨ ਗੁਰੂ ਅਰਜਨ ਦੇਵ ਜੀ। ਪੋਤਰੇ ਦਾ ਪੋਤਰਾ ਉਸ ਨੂੰ ਨੱਤਾ ਕਹਿੰਦੇ ਹੈ। ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਹੈ। ਕੁਲ ਦੀਪਕ ਅਜਰਾਵਰ ਨੱਤਾ, ਪਿਤਾ ਦਾਦੇ ਪੜਦਾਦੇ ਦੀ ਕੁਲ ਦਾ ਦੀਵਾ ਅਜਰ ਅਮਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਤਖਤ ਬਖਤ ਲੈ ਮੱਲਿਆ, ਸ਼ਬਦ ਸੁਰਤ ਵਾਪਾਰ ਸਪੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਤਖਤ ਤੇ ਉੱਤਮ ਭਾਗਾਂ ਨੂੰ ਮੱਲਿਆ ਹੈ, ਪ੍ਰਾਪਤ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ। ਗੁਰਿਆਈ ਦਾ ਤਖਤ ਤੇ ਬਖਤ ਕਹਿੰਦੇ ਉੱਤਮ ਭਾਗ, ਉਹਨਾਂ ਨੂੰ ਮੱਲਿਆ ਹੈ ਸਤਿਗੁਰੂ ਨੇ। ਸ਼ਬਦ ਸੁਰਤ ਵਾਪਾਰ ਸਪੱਤਾ, ਸ਼ਬਦ ਸੁਰਤ ਦਾ ਸਪੱਤਾ ਕਹਿੰਦੇ ਪਤ ਵਾਲਾ, ਇੱਜ਼ਤ ਵਾਲਾ ਵਪਾਰ ਸਤਿਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਗੁਰਬਾਣੀ ਭੰਡਾਰ ਭਰ, ਕੀਰਤਨ ਕਥਾ ਰਹਿ ਰੰਗ ਰਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਇਕੱਤਰ ਕਰਕੇ ਸਿੱਖਾਂ ਵਾਸਤੇ ਇਹ ਖਜ਼ਾਨੇ ਭਰ ਦਿੱਤੇ ਹੈ, ਅਤੇ ਆਪ ਸਤਿਗੁਰੂ ਸਦਾ ਹੀ ਕਥਾ ਕੀਰਤਨ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਹੈ, ਮਸਤ ਰਹਿੰਦੇ ਹੈ। ਕਿੰਨਾ ਵੱਡਾ ਪਰਉਪਕਾਰ ਕੀਤਾ ਸਤਿਗੁਰੂ ਅਰਜਨ ਦੇਵ ਜੀ ਨੇ। ਸਮੁੱਚੀ ਬਾਣੀ ਇੱਕ ਥਾਂ 'ਤੇ ਇਕੱਤਰ ਕਰ ਦਿੱਤੀ ਗੁਰਸਿੱਖਾਂ ਦੇ ਸੰਸਾਰ ਦੇ ਉਧਾਰ ਵਾਸਤੇ। ਗੁਰਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਪਾਸੋਂ ਲੈ ਕੇ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ, ਅਤੇ ਸਾਰੀ ਬਾਣੀ ਗੁਰੂ ਸਾਹਿਬਾਨਾਂ ਦੀ, ਗੁਰਸਿੱਖਾਂ ਦੀ, ਭਗਤਾਂ ਦੀ, ਭੱਟਾਂ ਦੀ ਸਾਰੀ ਬਾਣੀ ਮਹਾਰਾਜ ਨੇ ਤਰਤੀਬ ਦੇ ਨਾਲ ਲਿਖਵਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸੋ ਉਹਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ, ਕਿਉਂਕਿ ਭਾਈ ਗੁਰਦਾਸ ਜੀ ਨੂੰ ਇਹ ਮਾਣ ਹਾਸਲ ਹੋਇਆ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਗੁਰਬਾਣੀ ਭੰਡਾਰ ਭਰ, ਗੁਰਬਾਣੀ ਇਕੱਤਰ ਕਰਕੇ ਮਹਾਰਾਜ ਨੇ ਸੰਸਾਰ ਦੇ ਭਲੇ ਲਈ ਇਹ ਖਜ਼ਾਨੇ ਭਰ ਦਿੱਤੇ ਹੈ, ਔਰ ਆਪ ਸਤਿਗੁਰੂ ਕਥਾ ਕੀਰਤਨ ਦੇ ਵਿੱਚ ਸਦਾ ਹੀ ਰੰਗੇ ਰਹਿੰਦੇ ਹੈ। ਫਿਰ ਇੰਨੀ ਨਿਰਮਾਣਤਾ, ਇੰਨਾ ਵੱਡਾ ਕਾਰਜ ਕਰਕੇ ਸਤਿਗੁਰੂ ਨੇ ਬਚਨ ਕੀਤੇ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ
ਧੁਨ ਅਨਹਦ ਨਿਜਰ ਝਰੈ, ਪੂਰਨ ਪ੍ਰੇਮ ਅਮਿਓ ਰਸ ਮੱਤਾ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵਿੱਚ ਇੱਕ ਰਸ ਅਨਹਦ ਨਾਦ ਦੀ ਧੁਨੀ ਸਦਾ ਹੀ ਜਾਰੀ ਰਹਿੰਦੀ ਹੈ। ਪੂਰਨ ਪ੍ਰੇਮ ਤੇ ਹਿਰਦਾ ਪ੍ਰਭੂ ਦੇ ਪੂਰਨ ਪ੍ਰੇਮ ਨਾਲ ਭਰਿਆ ਰਹਿੰਦਾ ਹੈ। ਅਮਿਓ ਰਸ ਮੱਤਾ, ਔਰ ਪ੍ਰੇਮ ਦੇ ਅੰਮ੍ਰਿਤ ਰਸ ਦੇ ਵਿੱਚ ਸਤਿਗੁਰੂ ਜੀ ਸਦਾ ਹੀ ਮਸਤ ਰਹਿੰਦੇ ਹੈ। ਸਾਧ ਸੰਗਤ ਹੈ ਗੁਰ ਸਭਾ, ਰਤਨ ਪਦਾਰਥ ਵਣਜ ਸਹਤਾ। ਭਾਈ ਗੁਰਦਾਸ ਜੀ ਰਹਿਮਤ ਕਰਦੇ, ਇਹ ਸਾਧ ਸੰਗਤ ਇਹ ਗੁਰੂ ਦੀ ਸਭਾ ਹੈ। ਇਹ ਜਿਹੜੀ ਸਾਧ ਸੰਗਤ ਹੈ ਇਹ ਗੁਰੂ ਦੀ ਸਭਾ ਲੱਗਦੀ ਹੈ, ਅਤੇ ਇਹਦੇ ਵਿੱਚ ਰਤਨ ਪਦਾਰਥ ਵਣਜ ਸਹਤਾ, ਨਾਮ ਰੂਪੀ ਰਤਨ ਪਦਾਰਥਾਂ ਦਾ ਸਹਤਾ ਕਹਿੰਦੇ ਨਫੇ ਵਾਲਾ ਵਪਾਰ ਹੁੰਦਾ ਹੈ। ਇੱਥੇ ਲਾਭਦਾਇਕ ਵਪਾਰ ਹੁੰਦਾ ਹੈ। ਸੱਚ ਨੀਸਾਨ ਦੀਵਾਨ ਸੱਚ, ਸੱਚ ਤਾਣ ਸੱਚ ਮਾਣ ਮਹੱਤਾ। ਸਤਿਗੁਰੂ ਜੀ ਦਾ ਨਿਸ਼ਾਨ ਸੱਚਾ ਹੈ, ਸਤਿਗੁਰੂ ਦਾ ਦਰਬਾਰ ਸੱਚਾ ਹੈ। ਸੱਚ ਤਾਣ ਸੱਚ ਮਾਣ ਮਹੱਤਾ, ਗੁਰੂ ਦਾ ਤਾਣ ਮਾਣ ਵਡਿਆਈ ਸਭ ਕੁਝ ਸੱਚਾ ਹੈ। ਅਬ ਚਲ ਰਾਜ ਹੋਆ ਸਣਖੱਤਾ, ਸਣਖੱਤਾ ਕਹਿੰਦੇ ਸ੍ਰੇਸ਼ਟ ਉੱਤਮ। ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਰਾਜ ਅਬਚਲ ਹੈ, ਸਦਾ ਕਾਇਮ ਰਹਿਣ ਵਾਲਾ, ਜਿਹੜਾ ਸਣਖੱਤਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। 20ਵੀਂ ਪੌੜੀ ਦੇ ਵਿੱਚ ਗੁਰਮੁਖਾਂ ਦਾ ਜੋ ਛਤਰ ਹੈ ਉਸ ਦਾ ਜ਼ਿਕਰ ਕਰ ਰਹੇ ਹਨ। ਚਾਰੇ ਚੱਕ ਨਿਵਾਇਓਨ, ਸਿੱਖ ਸੰਗਤ ਆਵੈ ਅਗਣਤਾ। ਧੰਨ ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ, ਸਤਿਗੁਰੂ ਦੇ ਦਰਬਾਰ ਦੇ ਵਿੱਚ ਅਨੇਕਾਂ ਹੀ ਗੁਰੂ ਕੇ ਸਿੱਖ ਆਉਂਦੇ ਹੈ। ਚਾਰੇ ਚੱਕ ਨਿਵਾਇਓਨ, ਸਤਿਗੁਰੂ ਜੀ ਨੇ ਚਾਰੇ ਚੱਕ ਭਾਵ ਚਾਰੇ ਦਿਸ਼ਾਵਾਂ ਨੂੰ ਨਿਵਾ ਲਿਆ, ਆਪਣੇ ਅੱਗੇ ਝੁਕਾ ਲਿਆ। ਚਾਰੇ ਦਿਸ਼ਾਵਾਂ ਦੇ ਲੋਕ ਸਤਿਗੁਰੂ ਦੇ ਅੱਗੇ ਆ ਕੇ ਨਮਸਕਾਰਾਂ ਕਰਦੇ ਹੈ। ਸਿੱਖ ਸੰਗਤ ਆਵੇ ਅਗਣਤਾ, ਅਗਣਤਾ ਕਹਿੰਦੇ ਗਿਣਤੀ ਤੋਂ ਰਹਿਤ, ਜਿਹਦੀ ਗਿਣਤੀ ਨਹੀਂ ਹੋ ਸਕਦੀ। ਇੰਨੀਆਂ ਸਿੱਖ ਸੰਗਤਾਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਦਰ 'ਤੇ ਆਉਂਦੀਆਂ, ਸਤਿਗੁਰੂ ਦੀ ਸ਼ਰਨ ਵਿੱਚ ਮਹਾਰਾਜ ਦੇ ਦਰਸ਼ਨ ਕਰਦੀਆਂ। ਲੰਗਰ ਚੱਲੈ ਗੁਰ ਸ਼ਬਦ, ਪੂਰੇ ਪੂਰੀ ਬਣੀ ਬਣਤਾ। ਲੰਗਰ ਚੱਲੈ ਗੁਰ ਸ਼ਬਦ, ਸ਼ਬਦ ਦਾ ਅਰਥ ਹੁਕਮ ਵੀ ਹੁੰਦਾ। ਗੁਰੂ ਦੇ ਹੁਕਮ ਦੇ ਨਾਲ ਸਤਿਗੁਰੂ ਦੇ ਦਰ 'ਤੇ ਸਦਾ ਹੀ ਲੰਗਰ ਚੱਲਦਾ ਹੈ, ਜਿੱਥੋਂ ਅਨੇਕਾਂ ਹੀ ਤ੍ਰਿਪਤ ਹੁੰਦੇ ਹੈ, ਭੋਜਨ ਮਿਲਦਾ ਹੈ। ਕਿਉਂਕਿ ਪੂਰੇ ਪੂਰੀ ਬਣੀ ਬਣਤਾ, ਪੂਰੇ ਗੁਰੂ ਦੀ ਪੂਰੀ ਬਨਾਵਟ ਬਣੀ ਹੈ। ਹਰ ਸਮੇਂ ਲੰਗਰ ਚੱਲਦਾ ਹੈ। ਅਥਵਾ ਲੰਗਰ ਚੱਲੈ ਗੁਰ ਸ਼ਬਦ, ਗੁਰੂ ਦੇ ਦਰ 'ਤੇ ਗੁਰੂ ਸ਼ਬਦ ਦਾ ਲੰਗਰ ਸਦਾ ਹੀ ਚੱਲਦਾ ਹੈ। ਸਦਾ ਹੀ ਸ਼ਬਦ ਦੀ ਧੁਨ ਪ੍ਰਗਟ ਰਹਿੰਦੀ ਹੈ। ਗੁਰਸਿੱਖਾਂ ਦੇ ਕੰਨਾਂ ਦੇ ਵਿੱਚ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਕੀਰਤਨ, ਕਥਾ, ਇਹ ਸ੍ਰੇਸ਼ਟ ਧੁਨੀ ਕੰਨਾਂ ਵਿੱਚ ਪੈਂਦੀ ਹੈ। ਸੋ ਗੁਰ ਸ਼ਬਦ ਦਾ ਲੰਗਰ ਸਦਾ ਹੀ ਸਤਿਗੁਰੂ ਅਰਜੁਨ ਦੇਵ ਜੀ ਦੇ ਦਰ ਘਰ ਦੇ ਵਿੱਚ ਚੱਲਦਾ ਰਹਿੰਦਾ ਹੈ, ਕਿਉਂਕਿ ਪੂਰੇ ਗੁਰੂ ਦੀ ਇਹ ਪੂਰੀ ਬਨਾਵਟ ਹੈ। ਗੁਰਮੁਖ ਛਤਰ ਨਿਰੰਜਨੀ, ਪੂਰਨ ਬ੍ਰਹਮ ਪਰਮ ਪਦ ਮੱਤਾ। ਗੁਰਮੁਖਾਂ ਦਾ ਛਤਰ ਨਿਰੰਜਨੀ ਹੈ, ਭਾਵ ਨਿਰੰਜਨ ਪ੍ਰਭੂ ਪਰਮਾਤਮਾ ਦਾ ਦਿੱਤਾ ਹੋਇਆ ਇਹ ਛਤਰ ਹੈ। ਇਹਨੂੰ ਕੋਈ ਲੈਣ ਵਾਲਾ ਨਹੀਂ, ਕਿਉਂਕਿ ਦੁਨੀਆ ਦੇ ਛਤਰ ਜਿਹੜੇ ਹੈ ਉਹ ਅੱਜ ਕਿਸੇ ਦੇ ਸਿਰ 'ਤੇ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਸਿਰ 'ਤੇ ਛਤਰ ਹੋਵੇਗਾ। ਪਰ ਨਿਰੰਜਨੀ ਛਤਰ ਹੈ, ਪਰਮੇਸ਼ਰ ਦਾ ਦਿੱਤਾ ਹੋਇਆ ਹੈ ਗੁਰਮੁਖਾਂ ਦੇ ਸਿਰ 'ਤੇ ਛਤਰ। ਪੂਰਨ ਬ੍ਰਹਮ ਪਰਮ ਪਦ ਮੱਤਾ, ਅਤੇ ਆਪ ਸਤਿਗੁਰੂ ਜੀ ਪੂਰਨ ਬ੍ਰਹਮ ਦੇ ਪਰਮ ਪਦ ਦੇ ਵਿੱਚ ਮੱਤਾ ਮਸਤ ਰਹਿੰਦੇ ਹੈ। ਸੋ ਇਹ ਜੋ ਪਾਠ ਹੈ ਪੂਰਨ ਬ੍ਰਹਮ ਪਰਮ ਪਦ ਮੱਤਾ, ਇੱਥੇ ਪਾਠੰਤਰ ਪੱਤਾ ਵੀ ਆਉਂਦਾ ਹੈ ਵੀ ਜਿਹੜੇ ਸਤਿਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲਦੇ ਹੈ, ਪੂਰਨ ਬ੍ਰਹਮ ਵਿੱਚ ਟਿਕ ਕੇ
ਪਰਮ ਪਦਵੀ ਨੂੰ ਪਤਾ ਪ੍ਰਾਪਤ ਕਰ ਲੈਂਦੇ ਹੈ। ਵੇਦ ਕਤੇਬ ਅਗੋਚਰਾ, ਗੁਰਮੁਖ ਸ਼ਬਦ ਸਾਧ ਸੰਗ ਸੱਤਾ। ਸਤਿਗੁਰੂ ਦੀ ਮਹਿਮਾ ਵੇਦਾਂ ਤੇ ਕਤੇਬਾਂ ਤੋਂ ਬਾਹਰੀ ਹੈ, ਅਗੋਚਰ, ਜੋ ਪਕੜ ਵਿੱਚ ਨਹੀਂ ਆਉਣ ਵਾਲੀ। ਕਿਸੇ ਵਸਤੂ ਨੂੰ ਅਸੀਂ ਅੱਖਾਂ ਨਾਲ ਵੇਖਦੇ ਹਾਂ, ਪਰਮਾਤਮਾ ਉਹ ਅੱਖਾਂ ਦਾ ਵਿਸ਼ਾ ਨਹੀਂ। ਕਿਸੇ ਚੀਜ਼ ਨੂੰ ਹੱਥਾਂ ਨਾਲ ਫੜਦੇ ਹਾਂ, ਫੜਨ ਦਾ ਵਿਸ਼ਾ ਨਹੀਂ। ਸੋ ਵੇਦਾਂ ਤੇ ਕਤੇਬਾਂ ਦਾ ਵਿਸ਼ਾ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਵੇਦਾਂ ਤੇ ਕਤੇਬਾਂ ਤੋਂ ਅਗੋਚਰ ਹੈ। ਗੁਰਮੁਖ ਸ਼ਬਦ ਸਾਧ ਸੰਗ ਸੱਤਾ, ਤੇ ਗੁਰਮੁਖਾਂ ਦਾ ਸ਼ਬਦ ਸਾਧ ਸੰਗਤ ਦੇ ਸੱਚੇ ਸਵਰੂਪ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਮਾਇਆ ਵਿੱਚ ਉਦਾਸ ਕਰ, ਗੁਰਸਿੱਖ ਜਨਕ ਅਸੰਖ ਭਗਤਾ। ਮਾਇਆ ਦੇ ਵਿੱਚ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਉਦਾਸ ਕਰ ਦਿੱਤਾ ਹੈ, ਮਾਇਆ ਤੋਂ ਉਪਰਾਮ ਕਰ ਦਿੱਤਾ। ਸਿੱਖਾਂ ਨੂੰ ਐਸਾ ਉਪਦੇਸ਼ ਦਿੱਤਾ ਹੈ, ਗੁਰਸਿੱਖ ਜਨਕ ਅਸੰਖ ਭਗਤਾ। ਤੇ ਰਾਜੇ ਜਨਕ ਵਰਗੇ ਅਨੇਕਾਂ ਹੀ ਭਗਤ ਗੁਰਸਿੱਖ ਸਤਿਗੁਰੂ ਅਰਜਨ ਦੇਵ ਨੇ ਬਣਾਏ ਹੈ। ਜਿਵੇਂ ਜਨਕ ਰਾਜਾ ਮਾਇਆ ਵਿੱਚ ਉਦਾਸ ਸੀ, ਇਸੇ ਤਰ੍ਹਾਂ ਅਨੇਕਾਂ ਹੀ ਜਿਹੜੇ ਗੁਰਸਿੱਖ ਨੇ ਉਹ ਸਤਿਗੁਰੂ ਨੇ ਬਣਾਏ ਹੈ, ਪੈਦਾ ਕੀਤੇ ਹੈ। ਅਥਵਾ ਗੁਰਸਿੱਖ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਨੇ ਜਨਕ ਰਾਜੇ ਵਰਗੇ ਅਨੇਕਾਂ ਭਗਤ ਪੈਦਾ ਕੀਤੇ ਹੈ। ਕੁਦਰਤ ਕੀਮ ਨਾ ਜਾਣੀਐ, ਅਕਥ ਕਥਾ ਅਵਗਤ ਅਵਗਤਾ। ਕੁਦਰਤ ਦਾ ਅਰਥ ਤਾਕਤ, ਬਲ, ਸਮਰੱਥਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੁਦਰਤ ਬਾਰੇ, ਉਹਨਾਂ ਦੀ ਸਮਰੱਥਾ ਬਾਰੇ, ਉਹਨਾਂ ਦੀ ਤਾਕਤ ਬਲ ਬਾਰੇ ਨਹੀਂ ਜਾਣਿਆ ਜਾ ਸਕਦਾ। ਸੋ ਮਹਾਰਾਜ ਦੀ ਸਮਰੱਥਾ ਦੀ ਕੀਮਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਦੀ ਕਥਾ ਜੋ ਹੈ ਉਹ ਅਕਥ ਹੈ, ਕਹਿਣ ਤੋਂ ਰਹਿਤ ਹੈ। ਅਵਗਤ ਅਵਗਤਾ, ਤੇ ਮਹਾਰਾਜ ਜੀ ਦੀ ਅਵਸਥਾ ਉਹਨੂੰ ਨਹੀਂ ਸਮਝਿਆ ਜਾ ਸਕਦਾ, ਅਵਗਤ ਤੋਂ ਅਵਗਤ ਹੈ। ਗੁਰਮੁਖ ਸੁਖ ਫਲ ਸਹਿਜ ਸੁਗਤਾ। ਗੁਰਮੁਖਾਂ ਨੂੰ ਸਤਿਗੁਰੂ ਦੀ ਸੰਗਤ ਕਰਨ ਦੇ ਨਾਲ ਸੁਖ ਫਲ ਦੀ ਸਹਿਜੇ ਹੀ, ਸੁਗਤਾ ਦਾ ਅਰਥ ਚੰਗੀ ਤਰ੍ਹਾਂ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਵੀ ਸਤਿਗੁਰੂ ਦੀ ਸੰਗਤ ਕਰਦੇ ਹੈ ਉਹ ਚੰਗੀ ਤਰ੍ਹਾਂ ਸਹਿਜੇ ਹੀ ਸੁਖ ਫਲ ਸਤਿਗੁਰੂ ਦੇ ਪਾਸੋਂ ਪ੍ਰਾਪਤ ਕਰ ਲੈਂਦੇ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਗੁਰਸਿੱਖਾਂ 'ਤੇ ਵੱਡੀ ਮਿਹਰ ਕਰਦੇ ਹੈ, ਕਿਰਪਾ ਕਰਦੇ ਹੈ। ਸੰਸਾਰ ਦਾ ਪਾਰ ਉਤਾਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਹੈ। ਤਤੀਆਂ ਤਵੀਆਂ 'ਤੇ ਬਹਿ ਗਏ, ਸਤਿਗੁਰੂ ਨੇ ਸਿਧਾਂਤ ਨਹੀਂ ਛੱਡਿਆ, ਵੱਡੇ ਪਰਉਪਕਾਰ ਕੀਤੇ। ਹਜ਼ੂਰ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਕੁਦਰਤ ਕੀਮ ਨਾ ਜਾਣੀਐ, ਅਕਥ ਕਥਾ ਅਵਗਤ ਅਵਗਤਾ। ਗੁਰਮੁਖ ਸੁਖ ਫਲ ਸਹਿਜ ਸੁਗਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।